ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਉੱਪਰ ਇੱਕ ਨਵਾਂ ਵਿਸ਼ਾ ਲੈ ਕੇ ਆਇਆ। ਸੰਗਤ ਜੀ, ਆਪਣਾ ਅੱਜ ਦਾ ਵਿਸ਼ਾ ਹੈ ਮੌਤ ਤੋਂ ਬਾਅਦ ਅਤੇ ਜਨਮ ਤੋਂ ਪਹਿਲਾਂ ਇਹ ਜੀਵ ਆਤਮਾ ਕਿੱਥੇ ਰਹਿੰਦੀ ਹੈ। ਆਫਟਰ ਡੈਥ ਐਂਡ ਬਿਫੋਰ ਬਰਥ, where are you? Where are we? ਸੰਗਤ ਜੀ, ਪਹਿਲਾਂ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਦਾਸ ਨੇ ਹੁਣੇ ਡੇਂਗੂ ਫੀਵਰ ਦੀ ਜਰਨੀ ਕੰਪਲੀਟ ਕੀਤੀ ਹੈ। These last 13 days were very painful. ਬਿਲਕੁਲ COVID-19 ਵਾਂਗ ਮਹਿਸੂਸ ਹੋ ਰਿਹਾ ਸੀ। ਹਾਲੀ ਮੈਂ ਹੀਲ ਹੋ ਰਿਹਾ, ਪਰ ਮੈਂ ਸੋਚਿਆ ਭੱਜ ਕੇ ਤੁਹਾਡੇ ਨਾਲ ਗੱਲ ਕਰ ਲਵਾਂ। ਸੋ ਸੰਗਤ ਜੀ, ਮੌਤ ਦਾ ਦੂਜਾ ਨਾਮ ਮ੍ਰਿਤੂ ਹੈ ਅਤੇ ਮ੍ਰਿਤੂ ਦਾ ਅਰਥ ਹੈ ਸਰੀਰ ਨਾਲੋਂ ਪ੍ਰਾਣਾਂ ਦਾ ਵਿਛੋੜਾ। ਆਯੁਰਵੇਦ ਦੇ ਗਿਆਤਾ 101 ਪ੍ਰਕਾਰ ਦੀ ਮ੍ਰਿਤੂ ਲਿਖਦੇ ਹਨ। ਇਹਨਾਂ ਵਿੱਚੋਂ ਇੱਕ ਮੌਤ ਉਹ ਹੈ ਜੋ ਕੁਦਰਤੀ ਤੌਰ ਉੱਤੇ ਸਾਨੂੰ ਆਉਂਦੀ ਹੈ ਅਤੇ ਪੂਰੀ ਉਮਰ ਭੋਗਣ ਪਿੱਛੋਂ ਆਉਂਦੀ ਹੈ। ਉਸ ਦਾ ਨਾਮ ਹੀ ਕਾਲ ਹੈ। ਜਿਵੇਂ ਅਸੀਂ ਕਹਿ ਦਿੰਦੇ ਫਲਾਣੇ ਦਾ ਕਾਲ ਆ ਗਿਆ, ਜਾਂ ਮੇਰਾ ਕਾਲ ਆ ਗਿਆ, ਸਮਾਂ ਆ ਗਿਆ, ਜਾਣ ਦਾ ਸਮਾਂ ਆ ਗਿਆ। ਸੋ 101 ਮ੍ਰਿਤੂ 101 ਪ੍ਰਕਾਰ ਦੀ ਲਿਖੀ ਹੈ। ਉਹਦੇ ਵਿੱਚੋਂ ਇੱਕ ਪ੍ਰਕਾਰ ਦੀ ਮੌਤ ਉਹ ਹੈ ਜੋ ਆਪਣੇ ਆਪ ਆਉਂਦੀ ਹੈ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆਉਂਦੀ ਆ, ਆਪਣੀ ਉਮਰ ਭੋਗਣ ਤੋਂ ਬਾਅਦ ਆਉਂਦੀ। ਉਸ ਦਾ ਨਾਮ ਹੈ ਕਾਲ ਮ੍ਰਿਤੂ। ਅਤੇ ਕਾਲ ਦਾ ਅਰਥ ਹੈ ਜੀਵਨ ਦਾ ਅੰਤ, ਜਾਂ ਫਿਰ ਜਨਮ ਤੋਂ ਬਾਅਦ ਦਾ ਆਖਰੀ ਪੜਾਅ। ਜਨਮ ਤੋਂ ਬਾਅਦ ਦਾ ਆਖਰੀ ਪੜਾਅ। ਬਾਕੀ 100 ਪ੍ਰਕਾਰ ਦੀ ਮੌਤ ਅਕਾਲ ਮ੍ਰਿਤੂ ਹੈ। ਅਰਥਾਤ ਕਾਲ ਮ੍ਰਿਤੂ ਮਤਲਬ ਇੱਕ ਕਾਲ ਮ੍ਰਿਤੂ ਹੋ ਗਈ ਜੋ ਪ੍ਰਮਾਤਮਾ ਸਾਨੂੰ ਉਹ ਸਮਾਂ ਦਿੰਦਾ, ਅਸੀਂ ਆਪਣੀ ਪੂਰੀ ਉਮਰ ਭੋਗ ਕੇ ਜਦੋਂ ਮਰਦੇ ਹਾਂ। ਸਾਡੇ ਜੀਵਨ ਦਾ ਪੂਰੀ ਉਮਰ ਭੋਗਣ ਤੋਂ ਬਾਅਦ ਜੋ ਸਮਾਂ ਆਉਂਦਾ, ਜੀਵਨ ਦਾ ਅੰਤ ਆਉਂਦਾ ਜਨਮ ਤੋਂ ਬਾਅਦ। ਬਟ ਬਾਕੀ ਜਿਹੜੀ 100 ਪ੍ਰਕਾਰ ਦੀ ਮੌਤ ਹੈ, ਉਸ ਦਾ ਨਾਮ ਹੈ ਅਕਾਲ ਮ੍ਰਿਤੂ। ਇੱਕ ਹੋ ਗਈ ਕਾਲ ਮ੍ਰਿਤੂ, ਇੱਕ ਹੋ ਗਈ ਅਕਾਲ ਮ੍ਰਿਤੂ। ਸੋ 100 ਪ੍ਰਕਾਰ ਦੀ ਮੌਤ ਜਿਹੜੀ ਹੈ ਉਹ ਅਕਾਲ ਮ੍ਰਿਤੂ ਹੈ। ਸੋ ਅਕਾਲ ਮ੍ਰਿਤੂ ਦਾ ਅਰਥ ਹੈ ਜੋ ਮੌਤ ਜੀਵਨ ਦੇ ਨਿਯਮ ਭੰਗ ਕਰਨ ਨਾਲ ਹੁੰਦੀ ਹੈ ਅਤੇ ਕਈ ਰੋਗਾਂ ਕਾਰਨ ਜਾਂ ਕਈ ਹਾਦਸਿਆਂ ਕਾਰਨ ਹੁੰਦੀ ਹੈ। ਅਕਾਲ ਮ੍ਰਿਤੂ ਦਾ ਅਰਥ ਹੈ ਜਨਮ ਮਰਨ ਤੋਂ ਰਹਿਤ ਪ੍ਰਮਾਤਮਾ ਵੱਲੋਂ, ਵਾਹਿਗੁਰੂ ਜੀ ਵੱਲੋਂ ਕਿਸੇ ਨਾਰਾਜ਼ਗੀ ਕਰਕੇ ਜੀਵ ਨੂੰ ਦਿੱਤੀ ਗਈ ਮੌਤ ਦੀ ਸਜ਼ਾ। ਸੋ ਸੰਗਤ ਜੀ, ਅਕਾਲ ਦੀ ਨਾਰਾਜ਼ਗੀ ਤੋਂ ਬਚਣ ਵਾਸਤੇ, ਅਕਾਲ ਦੀ ਨਾਰਾਜ਼ਗੀ ਤੋਂ ਬਚਣ ਵਾਸਤੇ, ਯਾਨੀ ਕਿ ਪ੍ਰਮਾਤਮਾ ਦੀ ਨਾਰਾਜ਼ਗੀ ਤੋਂ ਬਚਣ ਵਾਸਤੇ ਯਜੁਰਵੇਦ ਦੇ ਰੂਪ ਤੰਤਰ ਸ਼ਾਸਤਰ ਵਿੱਚ ਇੱਕ ਮੰਤਰ ਲਿਖਿਆ ਹੈ। ਜਿਸ ਮੰਤਰ ਦੇ ਜਪਣ ਦੇ ਨਾਲ ਅਕਾਲ ਮ੍ਰਿਤੂ ਨਹੀਂ ਹੁੰਦੀ। ਉਹ ਮੰਤਰ ਇਹ ਹੈ, ਓਮ ਤ੍ਰਯੰਬਕਮ ਯਜਾਮਹੰ ਸੁਗੰਧੀ ਪੁਸ਼ਟ ਧ੍ਰਣਮ ਉਰਵਾਰੁਕਮੇ ਬੰਧਨਾਨਿ ਮ੍ਰਿਤਿਓ ਮੁਰਸ਼ਮਾ ਮਰਤਾਤਿ। ਇਹ ਮੰਤਰ ਯਜੁਰਵੇਦ ਦੇ ਅਧਿਆਇ 3
ਵਿੱਚ ਹੈ ਅਤੇ 60ਵਾਂ ਮੰਤਰ ਹੈ ਯਜੁਰਵੇਦ ਦਾ ਜਾਂ ਤੰਤਰ ਸ਼ਾਸਤਰ ਦਾ ਕਹਿ ਲਓ। ਸੰਗਤ ਜੀ, ਇਸ ਮੰਤਰ ਦਾ ਸੂਖਸ਼ਮ ਰੂਪ ਗੁਰਬਾਣੀ ਵਿੱਚ ਵੀ ਲਿਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਹਸ ਕੀਰਤੀ ਦਾ 29ਵਾਂ ਸ਼ਲੋਕ ਹੈ। 29 ਸ਼ਲੋਕ 29ਵਾਂ ਸ਼ਲੋਕ ਹੈ ਸੰਸਕ੍ਰਿਤ ਦੀ ਪਾਵਨ ਬਾਣੀ ਦਾ, ਜੋ ਯਜੁਰਵੇਦ ਦੇ ਮੰਤਰ ਦਾ ਸੂਖਸ਼ਮ ਰੂਪ ਹੈ, ਜੋ ਇਸ ਪ੍ਰਕਾਰ ਹੈ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤః ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ ਆਰੂੜ ਤੇ ਅਸਵਰਥ ਨਾਗ ਹੈ ਬੁਝੰਤੇ ਪ੍ਰਮਾਰਗ ਹੈ ਵਿਚਰਤੇ ਨਿਰਭਯੰ ਸਤਰ ਸੈਨਾ ਧਾਇਨਤੇ ਗੋਪਾਲ ਕੀਰਤਨ ਹੈ ਜਿਤ ਤੇ ਵਿਸਵ ਸੰਸਾਰ ਹੈ ਨਾਨਕ ਵਸਿੰ ਕ੍ਰੋਧ ਪੰਚ ਤਸਕਰ ਹੈ। ਸੰਗਤ ਜੀ, ਇਹਨਾਂ ਮੰਤਰਾਂ ਦੇ ਜਾਂ ਗੁਰਬਾਣੀ ਸ਼ਬਦਾਂ ਦੇ ਜਾਪ ਹੀਲੇ ਬੜੇ ਕਠਿਨ ਅਤੇ ਔਖੇ ਹੁੰਦੇ ਹਨ ਅਤੇ ਜਾਪ ਕਰਨ ਵਿੱਚ ਬਹੁਤ ਕਠਿਨਾਈਆਂ ਆਉਂਦੀਆਂ ਹਨ। ਪਰ ਮੈਨੂੰ ਪਤਾ ਹੈ ਤੁਸੀਂ ਮੈਨੂੰ ਫੋਨ ਕਰਕੇ ਇਸ ਦੇ ਜਾਪ ਬਾਰੇ ਜ਼ਰੂਰ ਪੁੱਛੋਗੇ, ਪਰ ਤੁਹਾਡੇ ਕੋਲ ਹੋਣਾ ਨਹੀਂ। ਪਰ ਫਿਰ ਵੀ ਆਪਾਂ ਅਗਲੀ ਵੀਡੀਓ ਵਿੱਚ ਇਸ ਦੀ ਜਾਣਕਾਰੀ ਤੁਹਾਨੂੰ ਦੇ ਦੇਵਾਂਗੇ। ਸੋ ਸੰਗਤ ਜੀ, ਆਪਾਂ ਹੁਣ ਆਪਣੇ ਵਿਸ਼ੇ ਵੱਲ ਤੁਰੀਏ ਕਿ ਮ੍ਰਿਤੂ ਤੋਂ ਬਾਅਦ ਆਤਮਾ ਕਿੱਥੇ ਰਹਿੰਦੀ ਹੈ। ਦੋ ਵਿਸ਼ੇ ਆ। ਪਹਿਲਾ ਵਿਸ਼ਾ ਮ੍ਰਿਤੂ ਤੋਂ ਬਾਅਦ ਆਤਮਾ ਕਿੱਥੇ ਰਹਿੰਦੀ, ਫਿਰ ਦੂਜਾ ਵਿਸ਼ਾ ਹੋਊਗਾ ਜਨਮ ਤੋਂ ਪਹਿਲਾਂ ਅਸੀਂ ਕਿੱਥੇ ਹੁੰਦੇ ਆ। ਸੋ ਪਹਿਲਾ ਵਿਸ਼ਾ ਹੈ ਮ੍ਰਿਤੂ ਤੋਂ ਬਾਅਦ ਆਤਮਾ ਕਿੱਥੇ ਰਹਿੰਦੀ ਹੈ। ਸੋ ਸੰਗਤ ਜੀ, ਜਦੋਂ ਸਾਡਾ ਸਰੀਰ ਬੁੱਢਾ ਅਤੇ ਪੁਰਾਣਾ ਹੋ ਜਾਂਦਾ ਹੈ ਤਾਂ ਸਾਡੇ ਸਰੀਰ ਦਾ ਅੰਤ ਆ ਜਾਂਦਾ ਹੈ ਅਤੇ ਸਾਡੀ ਮ੍ਰਿਤੂ ਹੋ ਜਾਂਦੀ ਹੈ। ਪਰੰਤੂ ਜੋ ਆਤਮਾ ਹੈ ਉਹ ਅਮਰ ਹੈ, ਉਸ ਦੀ ਮ੍ਰਿਤੂ ਨਹੀਂ ਹੁੰਦੀ, ਆਤਮਾ ਨੂੰ ਮੌਤ ਨਹੀਂ ਆਉਂਦੀ। ਜਿਵੇਂ ਹਰ ਰਾਤ ਨੂੰ ਨੀਂਦ ਵਿੱਚ ਆਤਮਾ ਸਾਡੇ ਸਰੀਰ ਤੋਂ ਬਿਨਾਂ ਰਹਿੰਦੀ ਹੈ, ਲੇਕਿਨ ਉਹ ਮ੍ਰਿਤੂ ਨਹੀਂ ਹੁੰਦੀ, ਉਹ ਮੌਤ ਨਹੀਂ ਹੁੰਦੀ। ਇਹ ਤਾਂ ਮੌਤ ਦੀ ਪਹਿਚਾਣ ਵਾਸਤੇ ਸਾਡੀ ਇੱਕ ਛੋਟੀ ਜਿਹੀ ਮ੍ਰਿਤੂ ਯਾਤਰਾ ਹੁੰਦੀ ਹੈ। ਜੋ ਮੌਤ ਵਾਲੀ ਇਹ ਯਾਤਰਾ ਅਸੀਂ ਹਰ ਰੋਜ਼ ਕਰਦੇ ਹਾਂ। ਮੌਤ ਧਰਮਰਾਜ ਦੀ ਪੁੱਤਰੀ ਹੈ, ਮੌਤ ਧਰਮਰਾਜ ਦੀ ਧੀ ਹੈ ਅਤੇ ਨੀਂਦ ਮੌਤ ਦਾ ਇੱਕ ਛੋਟਾ ਰੂਪ ਹੈ। ਇਸੇ ਕਰਕੇ ਨਿਹੰਗ ਸਿੰਘ ਜਦੋਂ ਸੌਣ ਲੱਗਦੇ ਹਨ ਤਾਂ ਉਹ ਕਹਿੰਦੇ ਹਨ ਕਿ ਖਾਲਸਾ ਧਰਮਰਾਜ ਦੀ ਪੁੱਤਰੀ ਨਾਲ ਯੁੱਧ ਕਰਨ ਚੱਲਿਆ। ਇਹ ਯੁੱਧ ਅਸੀਂ ਮੌਤ ਨਾਲ ਹਰ ਰੋਜ਼ ਲੜਦੇ ਹਾਂ ਅਤੇ ਮੌਤ ਨੂੰ ਜਿੱਤ ਕੇ ਹਰ ਰੋਜ਼ ਜਿਉਂਦੇ ਜਾਗਦੇ ਉੱਠਦੇ ਹਾਂ। ਸੰਗਤ ਜੀ, ਨੀਂਦ ਵੀ ਇੱਕ ਸੂਖਸ਼ਮ ਮੌਤ ਹੀ ਹੈ ਜੋ ਸਾਨੂੰ ਸਾਡੇ ਸਰੀਰ ਤੋਂ ਹਰ ਰੋਜ਼ ਅਲੱਗ ਕਰਦੀ ਹੈ। ਪਰ ਮ੍ਰਿਤੂ ਇੱਕ ਲੰਬੀ ਨੀਂਦ ਹੈ ਜਿੱਥੇ ਆਤਮਾ ਸਥੂਲ ਸਰੀਰ ਦਾ ਤਿਆਗ ਕਰਕੇ ਸੂਖਸ਼ਮ ਸਰੀਰ ਵਿੱਚ ਰਹਿੰਦੀ ਹੈ। ਪਰੰਤੂ ਅਸੀਂ ਨੀਂਦ ਵਿੱਚ ਪੂਰਨ ਤੌਰ ਉੱਤੇ ਮਰੇ ਨਹੀਂ ਹੁੰਦੇ ਅਤੇ ਨੀਂਦ ਖੁੱਲ ਜਾਣ ਤੋਂ ਬਾਅਦ ਸਾਨੂੰ ਯਾਦ ਹੁੰਦਾ ਹੈ ਕਿ ਅੱਛੀ ਨੀਂਦ ਆਈ ਜਾਂ ਨਹੀਂ। ਇਸ ਤਰ੍ਹਾਂ ਅਸੀਂ ਮ੍ਰਿਤੂ ਤੋਂ ਬਾਅਦ ਵੀ ਮਰਦੇ ਨਹੀਂ, ਪਰ ਅਸੀਂ ਆਪਣੇ ਸਰੀਰ ਵਿੱਚ ਵਾਪਸ ਵੀ ਨਹੀਂ ਆ ਸਕਦੇ। ਜਦੋਂ ਸਾਡੇ ਸਰੀਰ ਦੀ ਮੌਤ ਹੁੰਦੀ ਹੈ ਤਾਂ ਸਾਡਾ ਸੂਖਸ਼ਮ ਸਰੀਰ ਦੇ ਵਿੱਚ ਮੌਤ ਜਿਹੜੀ ਮ੍ਰਿਤੂ ਹੈ ਉੱਥੇ ਰਹਿੰਦੀ ਆ ਸਾਡੀ ਆਤਮਾ। ਤੋ ਜਦੋਂ ਅਸੀਂ ਸਥੂਲ ਸਰੀਰ ਨੂੰ ਛੱਡ ਜਾਂਦੀ ਸਾਡੀ ਆਤਮਾ ਮਰਨ ਵੇਲੇ, ਤਾਂ ਫਿਰ ਵੀ ਅਸੀਂ ਮਰਦੇ ਨਹੀਂ,
ਪਰ ਅਸੀਂ ਆਪਣੇ ਸਰੀਰ ਵਿੱਚ ਵਾਪਸ ਵੀ ਨਹੀਂ ਆ ਸਕਦੇ ਹੁੰਦੇ। ਮ੍ਰਿਤੂ ਜੀਵਨ ਦਾ ਅਸਲ ਸੱਚ ਹੈ, ਪਰ ਜ਼ਿੰਦਗੀ ਵਿੱਚ ਰਹਿੰਦਿਆਂ ਹੋਇਆਂ ਇਸ ਨੂੰ ਸੁਖੀ ਕਿਵੇਂ ਬਣਾਇਆ ਜਾ ਸਕਦਾ? ਹਾਂ, ਦੈਵੀ ਸ਼ਕਤੀਆਂ ਸਾਡੇ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਸਦਾ ਹੀ ਸਾਡੀ ਸਹਾਇਤਾ ਕਰਦੀਆਂ ਰਹਿੰਦੀਆਂ, ਪਰ ਅਗਿਆਨਵਸ਼ ਹੋ ਕੇ ਮਨੁੱਖ ਖੁਦ ਹੀ ਆਪਣੇ ਸੁੱਖਾਂ ਦਾ ਅੰਤ ਕਰ ਲੈਂਦਾ, ਜਿਸ ਵਾਸਤੇ ਪ੍ਰਕਿਰਤੀ ਜਾਂ ਕੁਦਰਤ ਕਦੇ ਵੀ ਸਾਡੇ ਦੁੱਖਾਂ ਦੀ ਜ਼ਿੰਮੇਦਾਰ ਨਹੀਂ ਹੁੰਦੀ। ਅਸੀਂ ਖੁਦ ਹੀ ਜ਼ਿੰਮੇਦਾਰ ਹੁੰਦੇ ਹਾਂ। ਸੰਗਤ ਜੀ, ਮ੍ਰਿਤੂ ਤੋਂ ਬਾਅਦ ਅਤੇ ਦੂਸਰੇ ਜਨਮ ਤੋਂ ਪਹਿਲਾਂ ਜੀਵ ਆਤਮਾ ਆਪਣੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਭੋਗਦੀ ਹੈ। ਇਹਨਾਂ ਦਿਨਾਂ ਵਿੱਚ ਜੀਵ ਆਤਮਾ ਆਪਣੇ ਅਸਲੀ ਸਰੀਰ ਨੂੰ ਛੱਡ ਕੇ ਚੰਗੇ ਮਾੜੇ ਕਰਮਾਂ ਅਨੁਸਾਰ ਸੂਖਸ਼ਮ ਸਰੀਰ ਵਿੱਚ ਹੀ ਰਹਿੰਦੀ ਹੈ, ਯਾਨੀ ਕਿ ਅਸਲੀ ਸਰੀਰ ਛੱਡ ਦਿੰਦੀ ਹੈ। ਅੱਗੇ ਉਹਨੂੰ ਕੋਈ ਸਰੀਰ ਮਿਲਿਆ ਨਹੀਂ ਹੁੰਦਾ, ਤਾਂ ਉਹ ਇੱਕ ਸੋਲ ਜਾਂ ਆਤਮਾ ਦੇ ਰੂਪ ਵਿੱਚ ਉਹ ਹੁੰਦੀ ਹੈ। ਉਸ ਦੀ ਆਤਮਾ ਦਾ ਆਕਾਰ ਉਹੀ ਹੁੰਦਾ ਜਿਹੜਾ ਸਰੀਰ ਛੱਡਿਆ ਹੁੰਦਾ ਉਸਨੇ। ਸੋ ਸੂਖਸ਼ਮ ਸਰੀਰ ਦੇ ਵਿੱਚ ਸਾਡੀ ਆਤਮਾ ਰਹਿੰਦੀ ਹੈ। ਆਤਮਾ ਇਹ ਨਾ ਸਮਝ ਲੈਣਾ ਕਿ ਉਹ ਜਿਹੜੀ ਫਿਲਮਾਂ 'ਚ ਦਿਖਾਉਂਦੇ ਆ, ਚਿੱਟੇ ਚਿੱਟੇ ਕੱਪੜੇ ਪਾਏ, ਹੱਥ ਦੇ ਵਿੱਚ ਮੋਮਬੱਤੀ ਫੜੀ ਆ, ਇਹ ਤਾਂ ਐਵੇਂ ਗੱਲਾਂ ਹੀ ਹੁੰਦੀਆਂ। ਅਸਲੀ ਆਤਮਾ ਸਾਡੀ ਵਰਗੀ ਹੀ ਹੁੰਦੀ, ਜੇ ਅਸੀਂ ਹੁੰਦੇ ਹਾਂ ਉਹੋ ਜਿਹੀ ਹੀ ਹੁੰਦੀ ਹੈ। ਸੋ ਅਸਲੀ ਸਰੀਰ ਨੂੰ ਛੱਡ ਕੇ ਚੰਗੇ ਮਾੜੇ ਕਰਮਾਂ ਅਨੁਸਾਰ ਜਿਹੜੀ ਆਤਮਾ ਸੂਖਸ਼ਮ ਸਰੀਰ ਵਿੱਚ ਰਹਿੰਦੀ ਹੈ, ਨਾ ਉਧਰ ਨਾ ਉਧਰ। ਇਹਨਾਂ ਦਿਨਾਂ ਵਿੱਚ ਜੀਵ ਆਤਮਾ ਦਾ ਕੋਈ ਵੀ ਵਿਕਾਸ ਨਹੀਂ ਹੁੰਦਾ, ਨਾ ਉਧਰ ਨਾ ਇੱਧਰ, ਵਿਚਾਲੇ, ਅਤੇ ਨਾ ਹੀ ਇਹ ਸਥੂਲ ਸਰੀਰ ਤੋਂ ਬਿਨਾਂ ਆਪਣੀ ਵਾਸਨਾ ਪੂਰੀ ਕਰ ਸਕਦੀ ਹੈ, ਜਿਸ ਕਰਕੇ ਉਹ ਬਹੁਤ ਵੇਦਨਾ ਅਤੇ ਦੁੱਖ ਮਹਿਸੂਸ ਕਰਦੀ ਹੈ। ਉਹ ਦੁਬਾਰਾ ਫਿਰ ਸਥੂਲ ਸਰੀਰ ਧਾਰਨ ਕਰਨ ਦੀ ਇੱਛਾ ਕਰਦੀ ਹੈ, ਪਰ ਵਿਧੀ ਵਿਧਾਨ ਅਤੇ ਨਿਸ਼ਚਿਤ ਕੀਤੇ ਕਰਮਾਂ ਅਨੁਸਾਰ ਹੀ ਇਸ ਨੂੰ ਸਰੀਰ ਪ੍ਰਾਪਤ ਹੁੰਦਾ ਹੈ। ਉਦੋਂ ਤੱਕ ਉਸ ਨੂੰ ਬਿਨਾਂ ਸਰੀਰ ਤੋਂ ਹੀ ਇਸ ਧਰਤੀ ਉੱਤੇ ਭਟਕਣਾ ਪੈਂਦਾ ਹੈ। ਸ਼ਾਸਤਰਾਂ ਅਨੁਸਾਰ ਜੀਵ ਆਤਮਾ ਮ੍ਰਿਤੂ ਤੋਂ ਕੁਝ ਦਿਨਾਂ ਬਾਅਦ ਤੱਕ ਆਪਣੇ ਹੀ ਘਰ ਦੇ ਦਰਖਤ ਜਾਂ ਘਰ ਦੀ ਛੱਤ ਉੱਤੇ ਰਹਿੰਦੀ ਹੈ। ਜਦੋਂ ਉਸਦੇ ਪਰਿਵਾਰ ਵਾਲੇ ਉਸਦੇ ਨਾਮ ਦਾ ਦਾਨ ਪੁੰਨ ਕਰ ਦਿੰਦੇ ਹਨ, ਜਿਵੇਂ ਕਿ ਜੱਗ ਕਰਨਾ, ਗਰੀਬਾਂ ਨੂੰ ਦਾਨ ਦੇਣਾ, ਪੁਜਾਰੀਆਂ ਨੂੰ ਦਾਨ ਦੇਣਾ, ਜਿਨ੍ਹਾਂ ਵਿੱਚ ਪੰਡਤ, ਗ੍ਰੰਥੀ ਸਿੰਘ ਜਾਂ ਕਾਜੀ ਮੌਲਵੀ ਆਉਂਦੇ ਆ, ਉਹਨਾਂ ਨੂੰ ਦਾਨ ਦੇਣਾ, ਸ਼੍ਰੀ ਅਖੰਡ ਪਾਠ ਸਾਹਿਬ ਕਰਾਉਣਾ, ਗੀਤਾ ਜਾਂ ਗਰੜ ਦਾ ਪਾਠ ਕਰਾਉਣਾ, ਕੱਪੜੇ ਵਸਤਰ ਜਾਂ ਪੈਸਾ ਦਾਨ ਕਰਨਾ। ਇਸ ਤਰ੍ਹਾਂ ਦਾ ਜਦੋਂ ਉਸ ਦੇ ਪਿਛਲੇ ਪੁੱਤ ਪੋਤਰੇ, ਘਰ ਵਾਲੀ, ਨੂੰਹ ਧੀਆਂ, ਉਸ ਦਾ ਪਰਿਵਾਰ ਉਸ ਵਾਸਤੇ ਦਾਨ ਪੁੰਨ ਕਰਦਾ ਹੈ। ਜਦ ਤੱਕ ਉਹ ਦਾਨ ਪੁੰਨ ਨਹੀਂ ਕਰਦਾ, ਅਸੀਂ ਪੰਜਾਬੀ 'ਚ, ਸਾਡੀ ਸਿੱਖੀ 'ਚ ਕਹਿੰਦੇ ਦੁਸਹਿਰੇ ਦਾ ਭੋਗ ਪੈ ਗਿਆ, ਅਖੰਡ ਪਾਠ ਦਾ ਭੋਗ ਪੈ ਗਿਆ, ਅੰਤਮ ਅਰਦਾਸ ਹੋ ਗਈ। ਤੋ ਚੌਥਾ ਕਰਦੇ ਆ ਹਿੰਦੂ ਧਰਮ ਦੇ ਵਿੱਚ, ਪੁੰਨ ਦਾਨ ਕਰਦੇ ਆ, ਗਾਂ ਦਾਨ ਕਰਦੇ, ਪੇੜੇ ਦਾਨ ਕਰਦੇ, ਹੋਰ ਦਾਨ ਕਰਦੇ ਆ। ਸੋ ਜਦੋਂ ਤੱਕ ਅੰਤਮ ਅਰਦਾਸ ਨਹੀਂ ਹੁੰਦੀ ਸਾਡੇ ਪਰਿਵਾਰ ਵੱਲੋਂ, ਤਾਂ ਉਦੋਂ ਤੱਕ ਉਹ ਆਤਮਾ ਨਾ ਉਧਰ ਹੁੰਦੀ ਹੈ ਨਾ ਉਧਰ ਹੁੰਦੀ ਹੈ। ਉਹ ਸਾਡੇ ਹੀ ਘਰ ਦੇ ਕਿਸੇ ਦਰਖਤ ਉੱਤੇ ਬੈਠ ਕੇ ਸਾਨੂੰ ਵਾਚ ਕਰਦੀ ਹੈ, ਵੇਟ ਕਰਦੀ ਕਿ ਮੇਰੇ ਵਾਸਤੇ ਕਿੰਨਾ ਕੁ ਦਾਨ ਕਰਦੇ ਹਨ। ਜਾਂ ਦਰਖਤ ਨਾ ਹੋਵੇ ਤਾਂ ਘਰ ਦੀ ਛੱਤ ਉੱਤੇ ਰਹਿੰਦੀ ਹੈ। ਸੋ ਇਸ ਤਰ੍ਹਾਂ ਉਸਦੇ ਪਰਿਵਾਰ ਵਾਲੇ ਉਸਦੇ ਨਾਮ ਦਾ ਦਾਨ ਪੁੰਨ ਕਰਦੇ ਹਨ, ਤੇ ਅਖੰਡ ਪਾਠ ਸਾਹਿਬ ਕਰਵਾਉਂਦੇ, ਭੋਗ ਪਵਾਉਂਦੇ, ਲੰਗਰ ਲਾਉਂਦੇ ਵਗੈਰਾ ਵਗੈਰਾ। ਪਰ ਕਈਆਂ ਦੇ ਤਾਂ ਦੇਖਿਆ ਵੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਹੁੰਦਾ ਬੁੱਢੇ ਮਰੇ ਤੋਂ, ਤੇ ਸ਼ਾਮ ਨੂੰ ਜਿਹੜੇ ਰਿਸ਼ਤੇਦਾਰ ਕੁਝ ਕੁ ਤਾਂ ਚਲੇ ਜਾਂਦੇ, ਕੁਝ ਕੁ ਰਹਿ ਜਾਂਦੇ, ਜਿਹੜੇ ਬਾਹਲੇ ਕਲੋਜ ਜੇ ਹੁੰਦੇ, ਪ੍ਰਾਹੁਣੇ ਫੁੱਫੜ ਵਗੈਰਾ ਜਿਹੜੇ ਹੁੰਦੇ ਆ, ਤੇ ਫਿਰ ਸ਼ਾਮ ਨੂੰ ਮੁਰਗਾ ਵੱਢ ਲੈਂਦੇ ਆਪਾਂ, ਚਲੋ ਬਾਪੂ ਦਾ ਭੋਗ ਪਿਆ। ਸ਼ਾਮ ਨੂੰ ਮੁਰਗਾ ਵੱਢ ਕੇ ਫਿਰ ਸ਼ਰਾਬ ਦੇ ਮੈਚ ਚੱਲਦੇ, ਮੈਚ ਕਹਿ ਲਓ ਜਾਂ ਕੁਛ ਵੀ ਕਹਿ ਲਓ, ਹੈਨਾ। ਸੋ ਫਿਰ ਉਹ ਪੁੰਨਦਾਨ ਕੀ ਹੋਊਗਾ, ਉਹ ਆਤਮਾ ਕਿੱਥੇ ਜਾਊਗੀ। ਸੋ ਰੋਹ ਵਿਚਾਰ ਇਸ ਤਰ੍ਹਾਂ ਜਦੋਂ ਉਹ ਸਾਡਾ ਪੁੰਨਦਾਨ ਦਾ ਫਲ ਲੈ ਕੇ ਉਹ ਆਤਮਾ ਉੱਥੋਂ ਚਲੀ ਜਾਂਦੀ ਹੈ, ਤਾਂ ਫਿਰ ਇਹ ਸਭ ਕੁਝ ਕਰਨ ਤੋਂ ਬਾਅਦ ਉਸ ਦੇ ਮੁਤਾਬਕ ਉਸ ਦੀ ਵਾਸ਼ਨਾ ਖਤਮ ਹੋ ਜਾਂਦੀ ਹੈ, ਜਿਹੜੀ ਉਹ
ਸਾਡੇ ਮਰੇ ਦੀ ਸੋਲ ਆਤਮਾ ਅੱਧ ਵਿਚਾਲੇ ਹੁੰਦੀ ਹੈ ਉਹਨੇ ਦਿਨਾਂ ਤੱਕ, ਅਤੇ ਫਿਰ ਉਹ ਸਾਡੇ ਪੁੰਨਾਂ ਦਾ ਫਲ ਲੈ ਕੇ ਹੋਰ ਕਿਸੇ ਜਨਮ ਦੀ ਯਾਤਰਾ ਵੱਲ ਤੁਰ ਜਾਂਦੀ ਹੈ। ਜਾਂ ਫਿਰ ਕਈ ਆਤਮਾਵਾਂ ਇਹੋ ਜਿਹੀਆਂ ਹੁੰਦੀਆਂ ਕਿ ਉਹਨਾਂ ਦੇ ਅੰਦਰ ਧਾਰਮਿਕ ਵਾਸ਼ਨਾ ਹੁੰਦੀਆਂ ਮਰਨ ਤੋਂ ਬਾਅਦ, ਜਾਂ ਫਿਰ ਕਿਸੇ ਧਾਰਮਿਕ ਵਾਸ਼ਨਾ ਕਰਕੇ ਇਹ ਜੀਵ ਆਤਮਾ ਕਿਸੇ ਧਾਰਮਿਕ ਸਥਾਨ ਉੱਤੇ ਜਾ ਵਾਸਾ ਕਰਦੀ ਹੈ, ਅਤੇ ਧਾਰਮਿਕ ਸਥਾਨ ਉੱਤੇ ਰਹਿੰਦਿਆਂ ਹੋਇਆਂ ਵਾਹਿਗੁਰੂ ਜੀ ਉਸ ਨੂੰ ਕੋਈ ਚੰਗੀ ਕੁੱਖ ਦੇ ਦਿੰਦੇ ਹਨ, ਅਤੇ ਇਸ ਤਰ੍ਹਾਂ ਜੀਵ ਆਤਮਾ ਨੂੰ ਫਿਰ ਮਨੁੱਖ ਬਣਨ ਦਾ ਇੱਕ ਹੋਰ ਮੌਕਾ ਮਿਲ ਜਾਂਦਾ ਹੈ। ਸੰਗਤ ਜੀ, ਵਾਸ਼ਨਾ ਜਾਂ ਇੱਛਾਵਾਂ ਹੀ ਆਤਮਾ ਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਉਂਦੀਆਂ। ਵਾਸ਼ਨਾ ਹੀ ਦੁੱਖ ਸੁੱਖ ਅਤੇ ਜਨਮ ਮਰਨ ਦੇ ਬੰਧਨਾਂ ਦਾ ਕਾਰਨ ਹੈ। ਅਤੀਤ ਦੀਆਂ ਸੁਖੀ ਵਾਸ਼ਨਾਵਾਂ ਕਰਕੇ ਮਨੁੱਖ ਸਵਰਗ ਦਾ ਸੁੱਖ ਮਹਿਸੂਸ ਕਰਦਾ ਹੈ, ਅਤੇ ਦੁਖੀ ਵਾਸ਼ਨਾਵਾਂ ਕਰਕੇ ਮਨੁੱਖ ਨਰਕਾਂ ਦਾ ਦੁੱਖ ਮਹਿਸੂਸ ਕਰਦਾ ਹੈ। ਸਵਰਗ ਵੀ ਇੱਕ ਵਾਸ਼ਨਾ ਹੀ ਹੈ। ਇਹ ਜੀਵ ਆਤਮਾ ਦੀ ਅੰਤਮ ਮੰਜ਼ਿਲ ਨਹੀਂ ਹੈ। ਸਵਰਗ ਵੀ ਇੱਕ ਬੰਧਨ ਹੀ ਹੈ। ਇਸ ਤੋਂ ਉੱਪਰ ਵਾਲੀ ਵਾਸ਼ਨਾ ਅਤੇ ਸਥਿਤੀ ਹੀ ਮੁਕਤੀ ਹੈ, ਜਿਸ ਨਾਲ ਜੀਵ ਭੋਗਾਂ ਅਤੇ ਵਾਸ਼ਨਾ ਤੋਂ ਮੁਕਤ ਹੋ ਕੇ ਆਪਣੀ ਆਜ਼ਾਦ ਸਥਿਤੀ ਦੇ ਵਿੱਚ ਆਨੰਦ ਲੈਂਦਾ ਹੈ। ਇਹੋ ਹੀ ਆਤਮਿਕ ਆਨੰਦ ਹੈ। ਪਰ ਇਸ ਤੋਂ ਉੱਪਰ ਵੀ ਇੱਕ ਅਵਸਥਾ ਹੈ, ਉਹ ਅਵਸਥਾ ਹੈ ਭਗਤੀ ਦੀ, ਜਿਸ ਨਾਲ ਜੀਵ ਆਤਮਾ ਸੰਪੂਰਨ ਭਾਵ ਨਾਲ ਪ੍ਰਮਾਤਮਾ ਦੇ ਸ਼ਰਨਾਗਤ ਹੋ ਕੇ ਪ੍ਰਭੂ ਪ੍ਰੇਮ ਦਾ ਆਨੰਦ ਪਾਉਂਦੀ ਹੈ। ਪ੍ਰਭੂ ਪ੍ਰੇਮ ਵਿੱਚ ਨਿਤ ਨਵ ਰਸ ਦਾ ਆਨੰਦ ਪਾ ਕੇ ਜੀਵ ਆਤਮਾ ਕਿਰਤ ਹੋ ਜਾਂਦੀ ਹੈ। ਸੰਗਤ ਜੀ, ਹੁਣ ਆਪਾਂ ਗੱਲ ਕਰ ਰਹੇ ਸੀ ਕਿ ਮ੍ਰਿਤੂ ਤੋਂ ਬਾਅਦ ਜੀਵ ਆਤਮਾ ਕਿੱਥੇ ਰਹਿੰਦੀ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਜਨਮ ਤੋਂ ਪਹਿਲਾਂ ਜੀਵ ਆਤਮਾ ਕਿੱਥੇ ਰਹਿੰਦੀ ਹੈ, ਕਿੱਥੇ ਹੁੰਦੀ ਹੈ। ਅਵਸਥਾ ਵਾਲੇ ਸਤਿਪੁਰਖਾਂ ਅਤੇ ਧਾਰਮਿਕ ਗ੍ਰੰਥਾਂ ਅਨੁਸਾਰ ਜਨਮ ਲੈਣ ਤੋਂ ਪਹਿਲਾਂ ਜੀਵ ਆਤਮਾ ਦੋ ਹਿੱਸਿਆਂ ਵਿੱਚ ਹੁੰਦੀ ਹੈ। ਪਹਿਲਾਂ ਅੰਨ ਅਤੇ ਪਾਣੀ ਦੇ ਰੂਪ ਵਿੱਚ, ਫਿਰ ਸਾਡੇ ਕਰਮਾਂ ਅਨੁਸਾਰ ਉਹ ਅੰਨ ਦਾ ਦਾਣਾ ਸਾਡੇ ਖੇਤ ਵਿੱਚ ਆ ਜਾਂਦਾ ਹੈ, ਜਾਂ ਫਿਰ ਕਿਸੇ ਹੋਰ ਰੂਪ ਵਿੱਚ ਉਹ ਦਾਣਾ ਸਾਡੇ ਸਾਹਮਣੇ ਆ ਜਾਂਦਾ ਹੈ, ਜਿਸ ਨੂੰ ਖਾਣ ਨਾਲ ਸਾਡੇ ਘਰ ਵਿੱਚ ਨਵੇਂ ਬੱਚੇ ਨੇ ਜਨਮ ਲੈਣਾ ਹੁੰਦਾ। ਫਿਰ ਨਦੀਆਂ ਨਹਿਰਾਂ ਵਿੱਚ ਵਹਿੰਦੀ ਹੋਈ ਉਹ ਪਾਣੀ ਦੀ ਬੂੰਦ ਸਾਡੇ ਖੇਤ ਵਿੱਚ ਆ ਜਾਂਦੀ ਹੈ, ਜਾਂ ਫਿਰ ਸਾਡੇ ਸਾਹਮਣੇ ਆ ਜਾਂਦੀ ਹੈ, ਜਿਸ ਦੇ ਰਾਹੀਂ ਸਾਡੇ ਘਰ ਵਿੱਚ ਨਵੇਂ ਬੱਚੇ ਨੇ ਜਨਮ ਲੈਣਾ ਹੁੰਦਾ। ਫਿਰ ਉਸ ਅੰਨ ਅਤੇ ਜਲ ਨੂੰ ਇਸਤਰੀ ਪੁਰਸ਼ ਖਾਂਦੇ ਪੀਂਦੇ ਹਨ। ਫਿਰ ਉਹ ਅੰਨ ਅਤੇ ਜਲ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ। ਉਹ ਅੰਨ ਅਤੇ ਜਲ ਫਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ, ਯਾਨੀ ਕਿ ਜਨਮ ਲੈਣ ਵਾਲੀ ਜੀਵ ਆਤਮਾ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਉਸਦਾ ਇੱਕ ਹਿੱਸਾ ਮਾਂ ਦੇ ਮਸਤਕ ਵਿੱਚ ਚਲਾ ਜਾਂਦਾ ਅਤੇ ਦੂਜਾ ਹਿੱਸਾ ਪਿਤਾ ਦੇ ਮਸਤਕ ਵਿੱਚ ਚਲਾ ਜਾਂਦਾ, ਜਿਸ ਨੂੰ ਅਸੀਂ ਕਿਸਮਤ ਵਿੱਚ ਲਿਖੀ ਹੋਈ ਔਲਾਦ ਕਹਿੰਦੇ ਹਾਂ। ਉਹ ਜੀਵ ਆਤਮਾ ਸਾਡੇ ਕਰਮਾਂ ਅਨੁਸਾਰ ਸਾਡੇ ਘਰ ਅੰਦਰ ਦੋ ਹਿੱਸਿਆਂ ਵਿੱਚ ਆ ਜਾਂਦੀ ਹੈ। ਫਿਰ ਦੋ ਹਿੱਸਿਆਂ ਵਿੱਚ ਬੈਠੀ ਜੀਵ ਆਤਮਾ ਦਾ ਇੱਕ ਹਿੱਸਾ ਮਾਂ ਦੇ ਖੂਨ ਵਿੱਚ ਪ੍ਰਵੇਸ਼ ਕਰ ਜਾਂਦਾ, ਅਤੇ ਦੂਜਾ ਹਿੱਸਾ ਪਿਤਾ ਦੇ ਸਰੀਰ ਵਿੱਚ ਚਰਬੀ ਬਣ ਕੇ ਵੀਰਜ ਦਾ ਰੂਪ ਧਾਰਨ ਕਰ ਲੈਂਦਾ, ਅਤੇ ਫਿਰ ਕੁਦਰਤ ਦੇ ਕਾਨੂੰਨ ਅਨੁਸਾਰ ਅਤੇ ਗੁਰਬਾਣੀ ਦੇ ਵਾਕ ਅਨੁਸਾਰ ਮਾਂ ਕੀ ਰਕਤ ਪਿਤਾ ਬਿਦ ਧਾਰਾ ਮੂਰਤ ਸੂਰਤ ਕਰ ਆਪਾਰਾ, ਅਰਥਾਤ ਕਿ ਜਦੋਂ ਮਾਂ ਦੇ ਖੂਨ ਵਿੱਚ ਪਿਤਾ ਦੇ ਵੀਰਜ ਦੀ ਬੂੰਦ ਪ੍ਰਵੇਸ਼ ਕਰਦੀ ਹੈ ਤਾਂ ਪਰਮੇਸ਼ਰ ਵਾਹਿਗੁਰੂ ਜੀ ਉਸ ਮਲੀਨ ਰਕਤ ਨੂੰ ਗੰਦੇ ਖੂਨ ਵਿੱਚੋਂ ਵੀ ਸੁੰਦਰ ਮੂਰਤੀ ਪੈਦਾ ਕਰ ਦਿੰਦੇ ਆ। ਜਿਵੇਂ ਕਿ ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ,
ਅਰਥਾਤ ਕਿ ਜਿਸ ਤਰ੍ਹਾਂ ਬਿੰਬ ਜਾਨੀ ਸਾਬਣ ਤੋਂ ਬਿਨਾਂ ਕੱਪੜੇ ਨਹੀਂ ਧੋਤੇ ਜਾ ਸਕਦੇ, ਉਸੇ ਤਰ੍ਹਾਂ ਮਾਂ ਬਾਪ ਦੇ ਮਿਲਣ ਤੋਂ ਬਿਨਾਂ ਬਾਲਕ ਪੈਦਾ ਨਹੀਂ ਹੋ ਸਕਦਾ। ਸੋ ਸੰਗਤ ਜੀ, ਇਸ ਤਰ੍ਹਾਂ ਉਹ ਜੀਵ ਆਤਮਾ ਇੱਕ ਆਂਡੇ ਦੀ ਸ਼ਕਲ ਤੋਂ ਮਾਸ ਦੇ ਲੁਥੜੇ ਵਿੱਚ ਬਦਲ ਜਾਂਦੀ ਹੈ। ਇੱਕ ਐਗ ਦੀ ਸ਼ਕਲ ਤੋਂ ਮਾਸ ਦੇ ਲੁਥੜੇ ਵਿੱਚ ਬਦਲ ਜਾਂਦੀ ਹੈ। ਫਿਰ ਉਸ ਦੇ ਕਰਮਾਂ ਅਨੁਸਾਰ ਅਤੇ ਮਾਂ ਬਾਪ ਦੇ ਕਰਮਾਂ ਦੇ ਅਨੁਸਾਰ ਉਸ ਮਾਸ ਦੇ ਲੁਥੜੇ ਨੂੰ ਅੰਗ ਲੱਗਦੇ ਹਨ। ਤਾਂ ਫਿਰ ਕੋਈ ਜੀਵ ਸਾਫ਼ ਸੁਥਰੇ ਅਤੇ ਸੋਹਣੇ ਅੰਗਾਂ ਵਾਲਾ ਸੁੰਦਰ ਹੁੰਦਾ ਹੈ, ਅਤੇ ਕੋਈ ਜੀਵ ਕਾਲਾ ਕਲੂਟਾ ਅਤੇ ਕੋਝਾ ਜਿਹਾ ਹੁੰਦਾ ਹੈ, ਅਤੇ ਕੋਈ ਜੀਵ ਜਨਮ ਤੋਂ ਹੀ ਲੰਗੜਾ ਲੂਲਾ, ਕਾਣਾ ਅਤੇ ਭੈਂਗਾ ਪੈਦਾ ਹੁੰਦਾ ਹੈ। ਪੈਦਾ ਹੋਣ ਵਾਲੇ ਜੀਵ ਦੇ ਇਹ ਸਾਰੇ ਰੂਪ ਉਸ ਦੇ ਕਰਮਾਂ ਅਨੁਸਾਰ ਹੀ ਹੁੰਦੇ ਹਨ। ਪੈਦਾ ਹੋਣ ਵਾਲੇ ਜੀਵ ਦੇ ਇਹ ਸਾਰੇ ਰੂਪ ਉਸ ਦੇ ਕਰਮਾਂ ਅਨੁਸਾਰ ਅਤੇ ਮਾਂ ਬਾਪ ਦੇ ਕਰਮਾਂ ਅਨੁਸਾਰ ਹੀ ਦੁੱਖ ਸੁੱਖ ਭੋਗਣ ਵਾਸਤੇ ਇਸ ਤਰ੍ਹਾਂ ਦੇ ਰੂਪ ਪਰਮੇਸ਼ਰ ਵੱਲੋਂ ਬਣਾਏ ਜਾਂਦੇ, ਮਾਂ ਦੇ ਪੇਟ ਵਿੱਚ ਹੀ। ਵਰਨਾ ਕਿਹੜਾ ਜੀਵ ਚਾਹੁੰਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਭੈੜਾ ਤੇ ਦੁਖੀ ਬਣਾ? ਕਿਹੜਾ ਮਾਂ ਬਾਪ ਚਾਹੁੰਦਾ ਹੈ ਕਿ ਉਸ ਦੀ ਔਲਾਦ ਭੈੜੀ, ਲੜਾਕੀ ਅਤੇ ਬਦਨਾਮੀ ਕਰਨ ਵਾਲੀ ਹੋਵੇ? ਹਰ ਕੋਈ ਚਾਹੁੰਦਾ ਹੈ ਕਿ ਮੈਂ ਅਤੇ ਮੇਰੀ ਔਲਾਦ ਹਮੇਸ਼ਾ ਸੁਖੀ ਅਤੇ ਖੁਸ਼ ਰਹੀ ਹੈ। ਪਰ ਸਾਡੇ ਲਿਖੇ ਹੋਏ ਕਰਮਾਂ ਨੂੰ, ਪੁਰਬਲੇ ਕੀਤੇ ਕਰਮਾਂ ਨੂੰ, ਚੰਗੇ ਮਾੜੇ ਕਰਮਾਂ ਨੂੰ ਕੌਣ ਮਿਟੇ? ਉਹ ਤੇ ਅਸੀਂ ਭੋਗਣੇ ਹੁੰਦੇ ਆ। ਸੋ ਸੰਗਤ ਜੀ, ਹਾਂ, ਚੰਗੇ ਕਰਮਾਂ ਵਾਲੀਆਂ ਆਤਮਾਵਾਂ ਜਦੋਂ ਇਸ ਜਗਤ ਤੇ ਆਉਂਦੀਆਂ ਹਨ ਤਾਂ ਉਹਨਾਂ ਦਾ ਆਉਣਾ ਇੱਕ ਮਕਸਦ ਹੁੰਦਾ ਹੈ। ਜਿਸ ਤਰ੍ਹਾਂ ਉੱਨਤ ਅਤੇ ਵਿਕਸਿਤ ਜੀਵ ਆਤਮਾਵਾਂ ਦਾ ਪੁਨਰ ਜਨਮ ਈਸ਼ਵਰ ਵਾਹਿਗੁਰੂ ਦੇ ਸ਼ੁਭ ਕੰਮਾਂ ਵਾਸਤੇ ਹੁੰਦਾ ਹੈ। ਜਿਵੇਂ ਕਿ ਮਹਾਨ ਵਿਗਿਆਨਕ ਹੋ ਜਾਣਾ, ਯਾਨੀ ਕਿ ਸਾਇੰਸਦਾਨ ਹੋ ਜਾਣਾ, ਕਲਾਕਾਰ ਹੋ ਜਾਣਾ, ਸੰਤ ਬਣ ਜਾਣਾ, ਸਮਾਜ ਸੁਧਾਰਕ ਬਣ ਜਾਣਾ। ਇਸ ਤਰ੍ਹਾਂ ਜੀਵ ਆਤਮਾ ਕਈ ਰੂਪਾਂ ਵਿੱਚ ਸਮੇਂ ਅਨੁਸਾਰ ਆਉਂਦੀ ਰਹਿੰਦੀ ਹੈ। ਧਾਰਮਿਕ ਸਾਹਿਤ ਅਤੇ ਅਧਿਆਤਮਿਕ ਗਿਆਨ ਹੀ ਸਾਨੂੰ ਸੱਚ ਅਤੇ ਧਰਮ ਸਿਧਾਂਤਾਂ ਦੀ ਅਤੇ ਮਾਨਤਾਵਾਂ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ। ਸਭ ਧਰਮਾਂ ਦੇ ਗ੍ਰੰਥਾਂ ਦੇ ਰਾਹੀਂ ਸਾਨੂੰ ਇਹ ਗੱਲ ਦੀ ਵੀ ਸਮਝ ਲੱਗਦੀ ਹੈ ਕਿ ਸਾਰੇ ਸੰਸਾਰ ਦਾ ਰਚਨਹਾਰ ਪ੍ਰਮਾਤਮਾ ਹੀ ਹੈ। ਈਸ਼ਵਰ ਸਰਵ ਵਿਆਪਕ ਹੈ ਅਤੇ ਅੰਤਰਜਾਮੀ ਹੈ। ਉਹ ਸਾਡੇ ਅੰਦਰ ਅਤੇ ਬਾਹਰ ਸੰਪੂਰਨ ਰੂਪ ਕਰਕੇ ਬਿਰਾਜਮਾਨ ਹੈ। ਉਹ ਸਾਡੇ ਹਰ ਇੱਕ ਕਰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਭਾਵੇਂ ਅਸੀਂ ਕੋਈ ਵੀ ਕਰਮ ਦਿਨ ਦੇ ਉਜਾਲੇ ਵਿੱਚ ਕਰੀਏ ਜਾਂ ਫਿਰ ਰਾਤ ਦੇ ਹਨੇਰੇ ਵਿੱਚ ਕਰੀਏ, ਉਹ ਸਭ ਕੁਝ ਜਾਣਦਾ ਹੈ। ਉਹ ਵਾਹਿਗੁਰੂ ਕਰਮ ਫਲ ਦਾਤਾ ਹੈ ਅਤੇ ਲੋੜ ਅਨੁਸਾਰ ਸਾਡੇ ਕਰਮਾਂ ਦਾ ਫਲ ਸਾਨੂੰ ਦਿੰਦਾ ਹੀ ਰਹਿੰਦਾ ਹੈ। ਇਸ ਕਰਕੇ ਹੀ ਅਸੀਂ ਪੁੰਨ ਕਰਮ ਕਰਦੇ ਹਾਂ ਅਤੇ ਪੁੰਨ ਕਰਮਾਂ ਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਜਾਂ ਫਿਰ ਨਾ ਸਮਝੀ ਕਰਕੇ ਜੋ ਅਸੀਂ ਅਸ਼ੁਭ ਅਤੇ ਮਾੜੇ ਕਰਮ ਕਰਦੇ ਹਾਂ, ਤਾਂ ਫਿਰ ਉਹ ਸਾਡੇ ਵਾਸਤੇ ਅਗਲੇ ਜਨਮਾਂ ਵਿੱਚ ਦੁੱਖਾਂ ਦੇ ਕਾਰਨ ਬਣਦੇ ਹਨ। ਜਿਸ ਤਰ੍ਹਾਂ ਸਾਰੀ ਧਰਤੀ ਇੱਕੋ ਜਿਹੀ ਹੀ ਹੈ, ਪਰ ਇਸ ਵਿੱਚ ਅਸੀਂ ਜਿਹੋ ਜਿਹਾ ਬੀਜ ਪਾਉਂਦੇ ਹਾਂ ਉਹੋ ਜਿਹਾ ਹੀ ਸਾਨੂੰ ਫਲ ਮਿਲਦਾ ਹੈ। ਜਿਵੇਂ ਕਿ ਕਰੇਲਾ ਕੌੜਾ ਹੈ, ਇਮਲੀ ਖੱਟੀ ਹੈ ਅਤੇ ਬੇਰ, ਸੇਬ, ਕੇਲੇ ਮਿੱਠੇ ਹਨ। ਪਰ ਜੇ ਸੋਚਿਆ ਜਾਏ ਤਾਂ ਇਸ ਵਿੱਚ ਜ਼ਮੀਨ ਦਾ ਤਾਂ ਕੋਈ ਦੋਸ਼ ਨਹੀਂ। ਇਹ ਤਾਂ ਅਸੀਂ ਜ਼ਮੀਨ ਵਿੱਚ ਜਿਸ ਤਰ੍ਹਾਂ ਦਾ ਬੀਜ ਪਾਇਆ ਸੀ ਉਹੋ ਜਿਹਾ ਹੀ ਖੱਟਾ ਮਿੱਠਾ ਫਲ ਖਾ ਲਿਆ। ਕਰੇਲੇ ਦਾ ਬੀਜ ਬੀਜਿਆ ਸੀ, ਕਰੇਲੇ ਦੀ ਸਬਜ਼ੀ ਖਾਈ ਜਾਂਦੇ ਹਾਂ। ਸੇਬ ਬੀਜਿਆ ਸੀ, ਸੇਬ ਖਾਈ ਜਾਂਦੇ। ਕੇਲਾ ਬੀਜਿਆ ਸੀ, ਕੇਲਾ ਖਾਈ ਜਾਂਦੇ ਹਾਂ। ਉਸੇ ਤਰ੍ਹਾਂ ਅਸੀਂ ਬੇਈਮਾਨੀ ਦੇ ਕਰਮ ਆਪਣੇ ਸਰੀਰ ਰੂਪੀ ਧਰਤੀ ਵਿੱਚ ਪਾਵਾਂਗੇ
ਤਾਂ ਅੱਗੋਂ ਸਾਨੂੰ ਬੇਈਮਾਨ ਬੰਦੇ ਹੀ ਮਿਲਣਗੇ। ਸਾਡੇ ਉਹਨਾਂ ਬੇਈਮਾਨ ਕਰਮਾਂ ਦਾ, ਮਾੜੇ ਕਰਮਾਂ ਦਾ ਫਲ ਸਾਡੇ ਜੀਵਨ ਵਿੱਚ ਆਏਗਾ। ਸੇਬ ਕੇਲੇ ਵਰਗੇ ਮਿੱਠੇ ਬੀਜ ਬੀਜਾਂਗੇ ਤਾਂ ਸਾਡਾ ਜੀਵਨ ਮਿੱਠਾ ਮਿੱਠਾ ਸਵੀਟ ਸਵੀਟ ਹੋ ਜਾਏਗਾ। ਇਸੇ ਤਰ੍ਹਾਂ ਸਾਡਾ ਜੀਵਨ ਜਾਂ ਸਾਡਾ ਸਰੀਰ ਵੀ ਇੱਕ ਧਰਤੀ ਹੀ ਹੈ। ਅਸੀਂ ਆਪਣੇ ਕੀਤੇ ਕਰਮਾਂ ਨਾਲ ਇਸ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਪਾਵਾਂਗੇ, ਉਹੋ ਜਿਹਾ ਫਲ ਭੋਗ ਲਵਾਂਗੇ ਜਾਂ ਫਿਰ ਖਾ ਲਵਾਂਗੇ। ਇਸ ਵਿੱਚ ਭਗਵਾਨ ਜਾਂ ਵਾਹਿਗੁਰੂ ਜੀ ਦਾ ਕੋਈ ਦੋਸ਼ ਨਹੀਂ ਹੈ। ਦੋਸ਼ ਤਾਂ ਸਾਡੇ ਆਪਣੇ ਕਰਮਾਂ ਦਾ ਹੀ ਹੈ। ਜਿਵੇਂ ਗੁਰਬਾਣੀ ਦਾ ਵਾਕ ਹੈ, ਦੱਦੈ ਦੋਸ ਨਾ ਦਿਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਭਾਵ ਕਿ ਕਿਸੇ ਨੂੰ ਕੀ ਦੋਸ਼ ਦੇਣਾ, ਦੋਸ਼ ਤਾਂ ਮੇਰੇ ਕਰਮਾਂ ਦਾ ਹੀ ਹੈ। ਜਿਹੋ ਜਿਹਾ ਮੈਂ ਕੀਤਾ ਸੀ ਉਹੋ ਜਿਹਾ ਫਲ ਮੈਂ ਭੁਗਤ ਲਿਆ। ਇਸ ਵਿੱਚ ਕਿਸੇ ਨੂੰ ਕੀ ਦੋਸ਼ ਦੇਣਾ। ਸੋ ਸੰਗਤ ਜੀ, ਇਸ ਵਾਸਤੇ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਅਤੇ ਅੱਛੇ ਕਰਮ ਕਰਿਆ ਕਰੋ। ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਵਾਕ ਹੈ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ, ਹੋਏ ਕਿਰਸਾਨ ਉਮਾਨ ਜਮਾਏ ਲੈ, ਭਿਸਤ ਦੋਜ ਕਮੂੜੇ ਏਵ ਜਾਣੀ। ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਇਹ ਜੀਵ ਹਰੀ ਵਾਹਿਗੁਰੂ ਜੀ ਦੀ ਭਗਤੀ ਕਰਕੇ ਧਰਤੀ ਵਰਗੇ ਹਿਰਦੇ ਨੂੰ ਨਿਰਮਲ ਕਰ ਲੈ ਅਤੇ ਉਪਦੇਸ਼ ਦੇ ਰੂਪ ਵਿੱਚ ਇਸ ਦੇ ਅੰਦਰ ਗੁਰੂ ਸ਼ਬਦ ਦਾ ਬੀਜ ਬੀਜ ਲੈ, ਅਤੇ ਜੋ ਜਲ ਵਰਗਾ ਪਵਿੱਤਰ ਅਤੇ ਨਿਰਮਲ ਵਾਹਿਗੁਰੂ ਜੀ ਦਾ ਨਾਮ ਹੈ, ਉਸ ਨੂੰ ਜਪ ਜਪ ਕੇ ਆਪਣੇ ਹਿਰਦੇ ਨੂੰ ਹਰਾ ਕਰ ਲੈ। ਤੂੰ ਇੱਕ ਕਾਮਯਾਬ ਕਿਰਸਾਨ ਦੀ ਤਰ੍ਹਾਂ ਇੱਕ ਇਮਾਨਦਾਰ ਅਤੇ ਸੱਚਾ ਸੁੱਚਾ ਹਰੀ ਭਗਤ ਬਣ ਜਾ। ਇਸ ਤਰ੍ਹਾਂ ਤੂੰ ਭਿਸਤ ਜਾਣ ਤੋਂ ਬਚ ਜਾ, ਭਿਸਤਾਂ ਨੂੰ ਪ੍ਰਾਪਤ ਹੋ ਜਾਵੇਂਗੇ। ਯਾਨੀ ਕਿ ਭਿਸਤ ਦੋਜਕ ਮੂੜੇ ਏਵ ਜਾਣੀ। ਭਿਸਤ ਦਾ ਅਰਥ ਹੈ ਸਵਰਗ। ਇਸ ਤਰ੍ਹਾਂ ਤੂੰ ਸਵਰਗਾਂ ਨੂੰ ਪ੍ਰਾਪਤ ਹੋ ਜਾਵੇਂਗਾ। ਨਹੀਂ ਤਾਂ ਫਿਰ ਤੂੰ ਐਵੇਂ ਮੂੜ ਅਤੇ ਮੂਰਖਾਂ ਵਾਲੀਆਂ ਗੱਲਾਂ ਕਰ ਕਰਕੇ ਦੋਜਕਾਂ ਨੂੰ ਨਾ ਜਾ, ਜਾਣੀ ਨਰਕਾਂ ਨੂੰ ਜਾਣ ਵਾਲੀਆਂ ਗੱਲਾਂ ਨਾ ਕਰ। ਸੰਗਤ ਜੀ, ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਹੀ ਪ੍ਰਮਾਤਮਾ ਨੇ ਸਾਨੂੰ ਸ੍ਰਿਸ਼ਟੀ ਦੇ ਆਰੰਭ ਤੋਂ ਲੈ ਕੇ, ਸ਼ੁਰੂ ਤੋਂ ਲੈ ਕੇ ਅੱਜ ਤੱਕ ਵੇਦ ਬਾਣੀ ਦਿੱਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਿੱਤੀ, ਫਿਰ ਅਵਤਾਰ, ਰਿਸ਼ੀ ਮੁਨੀ, ਪੀਰ ਔਲੀਏ, ਸੰਤ ਪੁਰਸ਼ ਅਤੇ ਸਾਈਂ ਫਕੀਰ ਦਿੱਤੇ। ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਪਿਆਰੇ ਪਿਆਰੇ ਗੁਰੂ ਜੀ ਦਿੱਤੇ। ਜਿਨ੍ਹਾਂ ਨੂੰ ਪੜ੍ਹ ਸੁਣ ਕੇ ਅਤੇ ਉਹਨਾਂ ਦੇ ਦਰਸ਼ਨ ਕਰਕੇ ਅਸੀਂ ਪੁੰਨ ਧਰਮ ਦੇ ਫਲ ਨੂੰ ਸਮਝ ਸਕੀਏ ਅਤੇ ਪਾਪ ਕਰਮ ਤੋਂ ਬਚ ਸਕੀਏ, ਆਪਣੇ ਜੀਵਨ ਦੀ ਦੁੱਖਾਂ ਤੋਂ ਰੱਖਿਆ ਕਰ ਸਕੀਏ। ਇਸ ਕਰਕੇ ਸਾਨੂੰ ਧਰਤੀ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੀਰ ਔਲੀਏ, ਗੁਰੂ ਪੀਰ, ਵੇਦ ਸ਼ਾਸਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤੇ ਆ। ਪਰ ਸੰਸਾਰ ਵਿੱਚ ਕਈ ਵਾਰੀ ਇਸ ਤਰ੍ਹਾਂ ਵੀ ਦੇਖਿਆ ਗਿਆ ਹੈ ਕਿ ਵੱਡੇ ਵੱਡੇ ਵਿਦਵਾਨ ਵੀ ਪਾਪ ਕਰਮ ਤੋਂ ਪੂਰਨ ਤੌਰ ਉੱਤੇ ਨਹੀਂ ਬਚ ਸਕੇ। ਵੱਡੇ ਵੱਡੇ ਵਿਦਵਾਨਾਂ ਅਤੇ ਧਰਮਾਚਾਰੀਆਂ ਵਿੱਚ ਪੂਰਨ ਵਿਦਿਆ ਨਹੀਂ ਹੁੰਦੀ। ਵਿਦਵਾਨ ਹੋ ਕੇ ਵੀ ਜਨਮ ਸੰਸਕਾਰ ਉਹਨਾਂ ਦੇ ਚਿੱਤ ਵਿੱਚ ਪਨਪ ਰਹੇ ਹੁੰਦੇ ਹਨ। ਵਿਦਵਾਨਾਂ ਕੋਲੋਂ ਵੀ ਅਪਰਾਧ ਅਤੇ ਅਸ਼ੁਭ ਕਰਮ ਹੋ ਜਾਂਦੇ ਹਨ, ਜਿਸ ਦਾ ਪਰਿਣਾਮ ਦੁੱਖ ਹੁੰਦਾ ਹੈ ਅਤੇ ਸਮਾਜ ਵਿਵਸਥਾ ਵਿਗੜ ਜਾਣ ਦਾ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ। ਸੰਗਤ ਜੀ, ਸਾਨੂੰ ਕਿਸੇ ਦੇ ਔਗਣਾਂ ਨੂੰ ਦੇਖ ਕੇ ਉਤਸ਼ਾਹਿਤ ਨਹੀਂ ਹੋਣਾ ਚਾਹੀਦਾ, ਉਹਦਾ ਤਵਾ ਨਹੀਂ ਲਾਉਣਾ ਚਾਹੀਦਾ, ਉਹਨੂੰ ਭੰਡਣਾ ਨਹੀਂ ਚਾਹੀਦਾ। ਸਗੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇ ਮਹਾਨ ਵਿਅਕਤੀ ਹੋ ਕੇ ਵੀ ਇਹ ਗਲਤੀ ਕਰ ਸਕਦਾ ਹੈ ਤਾਂ ਫਿਰ ਅਸੀਂ ਕਿਹਦੇ ਪਾਣੀਹਾਰ ਹਾਂ। ਇਸ ਤਰ੍ਹਾਂ ਦੇ ਹਾਦਸਿਆਂ ਨੂੰ ਦੇਖ ਕੇ ਸਾਨੂੰ ਆਪਣੀਆਂ ਗਲਤੀਆਂ ਸੁਧਾਰ ਲੈਣੀਆਂ ਚਾਹੀਦੀਆਂ, ਨਾ ਕਿ ਕਿਸੇ ਦੀਆਂ ਗਲਤੀਆਂ ਨੂੰ ਉਛਾਲਣਾ ਚਾਹੀਦਾ। ਸੋ ਸੰਗਤ ਜੀ, ਅਸੀਂ ਸਾਰੇ ਪੰਖੇਰੂ ਪੰਛੀ ਹਾਂ ਅਤੇ ਇਹ ਸੰਸਾਰ ਇੱਕ ਵੱਡਾ ਸਾਰਾ ਦਰਖਤ ਹੈ।
ਜਿਸ ਤਰ੍ਹਾਂ ਦਿਨ ਸ਼ਿਵ ਦੇ ਨਾਲ ਸਾਰੇ ਪੰਛੀ ਦਰਖਤ ਉੱਤੇ ਆ ਕੇ ਚਹਿਕਦੇ ਹਨ ਅਤੇ ਆਪਣੀ ਆਪਣੀ ਭਾਸ਼ਾ ਵਿੱਚ ਕੋਈ ਪੰਛੀ ਹਰੀ ਗੁਣ ਗਾਉਂਦਾ ਤੇ ਕੋਈ ਪੰਛੀ ਗਾਲੀਆਂ ਕੱਢਦਾ। ਫਿਰ ਦਿਨ ਚੜ੍ਹਦੇ ਨਾਲ ਸਾਰੇ ਪੰਛੀ ਆਪਣੀਆਂ ਆਪਣੀਆਂ ਦਿਸ਼ਾਵਾਂ ਵੱਲ ਉਡਾਰੀ ਮਾਰ ਜਾਂਦੇ ਹਨ ਅਤੇ ਇਸ ਦਰਖਤ ਉੱਤੇ ਉਹਨਾਂ ਵਿੱਚੋਂ ਕਿਸੇ ਦੀ ਵੀ ਮੇਰ ਤੇਰ ਨਹੀਂ ਰਹਿ ਜਾਂਦੀ। ਗੁਰੂ ਜੀ ਦਾ ਵਾਕ ਹੈ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਬਿਹਾਣੀਆਂ। ਅਰਥਾਤ ਕਿ ਅਸੀਂ ਸਭ ਬਿਰਖ ਦੇ ਪੰਛੀਆਂ ਵਾਂਗ ਇਕੱਠੇ ਹੋਏ ਹਾਂ। ਇੱਥੇ ਕੋਈ ਮਨੁੱਖ ਮਿੱਠਾ ਬੋਲਦਾ ਹੈ ਤੇ ਕੋਈ ਮਨੁੱਖ ਕੌੜਾ ਬੋਲਦਾ ਹੈ। ਫਿਰ ਜਿਸ ਦੀ ਔਧ ਆ ਜਾਂਦੀ ਹੈ, ਯਾਨੀ ਮੌਤ ਆ ਜਾਂਦੀ ਹੈ, ਤਾਂ ਕੋਈ ਅਸਤ ਭਾਵ ਦਿਨ ਸ਼ਿਵਦੇ ਦੇ ਨਾਲ ਚਲਿਆ ਜਾਂਦਾ ਤੇ ਕੋਈ ਅਦੋਤ ਭਾਵ ਦਿਨ ਚੜ੍ਹਦੇ ਨਾਲ ਚਲਿਆ ਜਾਂਦਾ ਇਸ ਦੁਨੀਆ ਤੋਂ। ਸੋ ਸੰਗਤ ਜੀ, ਫਿਰ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਵਾਲੀ ਗੱਲ ਹੋ ਜਾਂਦੀ ਹੈ। ਇਹ ਜੀਵ ਚੰਗੇ ਮਾੜੇ ਕਰਮ ਕਰਕੇ ਫਿਰ ਇੱਕ ਲੰਮੀ ਯਾਤਰਾ ਉੱਤੇ ਨਿਕਲ ਜਾਂਦਾ ਹੈ। ਸੰਗਤ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।